ਸੌਣ ਦੀ ਰੁੱਤ ਆਉਣ 'ਤੇ ਪਹਿਲੀ ਮੌਨਸੂਨ ਬਰੂਹਾਂ 'ਤੇ ਸੀ। ਮੀਂਹ ਦੇ ਪਹਿਲੇ ਸ਼ਰਾਟੇ ਤੋਂ ਪਹਿਲਾ ਆਕਾਸ਼ ਗੂੜੇ ਭੂਰੇ ਨੀਲੇ ਬੱਦਲਾਂ ਨਾਲ ਢੱਕਿਆ ਪਿਆ ਸੀ। ਕੜਕਦੀ ਅਸਮਾਨੀ ਬਿਜਲੀ ਬਾਰ-ਬਾਰ ਅੰਬਰ ਵਿੱਚ ਸੁਨਹਿਰੀ ਲੀਕ ਛੱਡਦੀ ਤੇ ਅਲੋਪ ਹੋ ਜਾਂਦੀ। ਮੋਰ ਕੂਕਦੇ, ਪਹਿਲਾਂ ਪਾਉਂਦੇ ਖੁਸ਼ੀ ਮਨਾ ਰਹੇ ਸਨ। ਤੇਜ਼ ਸ਼ਰਾਟਾ ਯੂੰ ਆਇਆ ਜਿਵੇਂ ਅੰਬਰ ਮਹਿਬੂਬ ਧਰਤੀ ਨੂੰ ਮੁੱਦਤਾਂ ਬਾਅਦ ਮਿਲਣ ਆਇਆ ਹੋਵੇ। ਲੋਹੜੇ ਦੇ ਹੁਮਸ ਦੇ ਮਾਰੇ ਲੋਕ ਕੀੜੀਆਂ ਦੇ ਭੌਣ ਵਾਂਗ ਬਾਹਰ ਨੂੰ ਨਿਕਲ ਰਹੇ ਸਨ ਤੇ ਰਾਹਤ ਮਹਿਸੂਸ ਕਰ ਰਹੇ ਸਨ। ਚਿਰਾਗ ਤੇ ਜੁਗਨੂ ਵੀ ਪੱਕੇ ਵਿਹੜੇ ਵਿੱਚ ਭਿੱਜਦੇ ਮੀਂਹ ਦਾ ਆਨੰਦ ਮਾਣ ਰਹੇ ਸਨ। ਮਹੰਤ ਬੁਲਬੁਲ ਜੋ ਕਹਿੰਦੀ ਹੁੰਦੀ ਸੀ ਕਿ ਪਹਿਲੀ ਬਾਰਿਸ਼ ਤਾਂ ਪਿੰਡੇ ਦੀ ਪਿੱਤ ਮਾਰਦੀ ਹੈ। ਤੀਆਂ ਦੇ ਦਿਨ ਹੋਣ ਕਰਕੇ ਸ਼ਹਿਰ ਵਿੱਚ ਖਰੀਦੋ ਫਰੋਖਤ ਕਰਦੇ ਲੋਕਾਂ ਦੀ ਭਾਰੀ ਰੌਣਕ ਸੀ। ਮੀਰਾ ਨੂੰ ਆਪ ਦੇ ਪਿੰਡ ਲੱਗਦੀਆਂ ਤੀਆਂ ਦੀ ਯਾਦ ਬਹੁਤ ਸਤਾਉਂਦੀ। ਜਿਸ ਦਿਨ ਦੀ ਅੰਮੀ ਸਲਮਾ ਆ ਕੇ ਮਿਲ ਗਈ ਸੀ, ਉਸ ਦਿਨ ਤਾਂ ਜਾਣੋ ਮੀਰਾ ਦੀ ਰੂਹ ਹੀ ਨਾਲ ਲੈ ਗਈ ਸੀ। ਮੀਰਾ ਦਾ ਉਦਾਸਿਆ ਚਿਹਰਾ ਕਮਰੇ ਦੀ ਤਾਕੀ ਵਿੱਚੋਂ ਬਾਹਰ ਵਿਹੜੇ 'ਚ ਟਿਪ-ਟਿਪ ਪੈਂਦੇ ਮੀਂਹ ਨੂੰ ਤੱਕ ਰਿਹਾ ਸੀ। ਤੇਜ਼ ਹਵਾ ਦੇ ਬੁੱਲੇ ਕਮਰੇ ਵਿੱਚ ਵਾਛੜ ਦੀ ਭੂਰ ਖੰਡਾ ਕੇ ਠੰਡਕ ਵੰਡ ਰਹੇ ਸਨ। ਦੂਰ ਜਾਮਣ ਦੇ ਦਰਖਤ ਤੇ ਆਲਣੇ ਵਿੱਚ ਬੀਜਦੇ ਖੰਭ ਝਾੜਦੇ ਨਿੱਕੇ-ਨਿੱਕੇ ਬੋਟ ਉਸਨੂੰ ਆਪਣੀ ਸਖਣੀ ਜਿਹੀ ਰੂਹ ਵਰਗੇ ਲੱਗਦੇ। ਇਹਨੇ ਨੂੰ ਦਲਾਨ ਦੇ ਬਾਹਰਲੇ ਮੇਨ ਗੇਟ ਦੀ ਅਰਲ ਕਿਸੇ ਨੇ ਜ਼ੋਰ-ਜ਼ੋਰ ਦੀ ਖੜਕਾਈ। ਜੁਗਨੂ ਭੱਜ ਕੇ ਦਰਵਾਜ਼ਾ ਖੋਲ੍ਹਣ ਗਿਆ। ਮੀਰਾ ਦਾ ਧਿਆਨ ਵੀ ਝੱਟ ਦਰਵਾਜ਼ੇ ਵੱਲ ਗਿਆ। ਦਰਵਾਜ਼ਾ ਚੌਪਟ ਖੋਲ੍ਹਿਆ ਤਾਂ ਸਲਮਾ ਭੀਜੇ ਕੱਪੜਿਆਂ ਵਿੱਚ ਕੁੰਗੜੀ, ਹੱਥ ਵਿੱਚ ਬਿਸਕੁਟਾਂ ਵਾਲਾ ਪੀਪਾ ਚੁੱਕੀ ਫਟਾਫਟ ਦਲਾਨ ਅੰਦਰ ਆ ਗਈ। ਮੀਰਾ ਦੇਖ ਕੇ ਅੰਨੀ ਹੋਈ ਭੱਜੀ ਪੌੜੀਆਂ ਉੱਤਰ ਆਈ। ਸਲਮਾ ਦਾ ਬਦਨ ਥਰ-ਥਰ ਕੰਬ ਰਿਹਾ ਸੀ। ਅੰਮੀ, ਤੂੰ ਅਜਿਹੇ ਮੌਸਮ ਵਿੱਚ ਕਿਉਂ ਆਈ? ਮੀਰਾ ਘਬਰਾਈ ਬੋਲੀ। ਬਾਨੋ ਤੇ ਤੇਰੇ ਲਈ ਸੰਧਾਰੇ ਦੇ ਬਿਸਕੁਟ ਕਈ ਦਿਨਾਂ ਦੇ ਬਣਾਏ ਪਏ ਸੀ। ਫਿਰ ਗਿੱਲ ਗਲਾਉਂਟੇ ਨਾਲ ਸਲਾਬ ਨਾ ਚੜ੍ਹ ਜੇ ਸੋਚ ਕੇ ਮੈਂ ਘਰੋਂ ਤੁਰ ਪਈ। ਝੱਖੜ ਤਾਂ ਰਾਹ 'ਚ ਆਇਆ, ਮੈਨੂੰ ਕੀ ਪਤਾ ਸੀ, ਕਹਿੰਦੀ ਸਲਮਾ ਦਾ ਹੁੰਗਾ ਵੱਜ ਰਿਹਾ ਸੀ। ਕੀ ਗੱਲ ਅੰਮੀ, ਤੂੰ ਠੀਕ ਤਾਂ ਹੈ ਨਾ? ਬਾਂਹ ਦੀ ਨਬਜ਼ ਟੋਂਦਿਆਂ ਮੀਰਾ ਨੇ ਪੁੱਛਿਆ। ਹਾਂ ਠੀਕ ਆ, ਕਈ ਦਿਨਾਂ ਦਾ ਤਾਪ ਨੇ ਸਰੀਰ ਭੰਨਿਆ ਪਿਆ, ਸਾਹ ਸੱਤ ਨਹੀਂ ਰਹੇ ਜਣੋ। ਅੱਜ ਤਾਂ ਕਣੀਆਂ ਪੈਣ ਨਾਲ ਸਰੀਰ ਟੁੱਟ ਰਿਹਾ ਹੈ, ਸਲਮਾ ਮਸਾਂ ਹੀ ਬੋਲ ਰਹੀ ਸੀ। ਹਾਏ ਮੈਂ ਮਰ ਜਾ, ਮੇਰੇ ਕਿਹੜੇ ਇੱਥੇ ਸਹੁਰੇ ਬੈਠੇ ਸੀ ਤਾਨੇ ਮਿਹਣੇ ਦੇਣ ਨੂੰ। ਬੁਖਾਰ ਤਾਂ ਤੈਨੂੰ ਹੁਣ ਵੀ ਬਹੁਤ ਹੈ ਅੰਮੀ, ਸੁੱਕੀ ਚਾਦਰ ਨਾਲ ਸਲਮਾ ਨੂੰ ਲਪੇਟਦੀ ਮੀਰਾ ਬੋਲੀ। ਲਾਲੀ ਆਪ ਦਾ ਕੋਈ ਸੂਟ ਦੇ ਅੰਮੀ ਲਈ, ਗਿੱਲੇ ਕੱਪੜਿਆਂ ਨਾਲ ਕੰਬੀ ਜਾਂਦੀ ਏ। ਨਾਲ ਅਦਰਕ ਤੇ ਜਵੈਣ ਵਾਲੀ ਚਾਹ ਬਣਾ ਛੇਤੀ ਦੇਣੇ। ਬੁਖਾਰ ਨੇ ਸਲਮਾ ਦੇ ਹੱਡ ਭੰਨ ਰੱਖੇ ਸਨ। ਉੱਠ ਕੇ ਪਿੰਡ ਮੁੜਨ ਦੀ ਅੜੀ ਕਰਨ ਲੱਗੀ ਤਾਂ ਮੀਰਾ ਨੇ ਉਸਦੀ ਇੱਕ ਨਾ ਸੁਣੀ। ਮੈਂ ਆਪੇ ਸਵੇਰੇ ਛੱਡ ਕੇ ਆਊਂ, ਤੂੰ ਆਰਾਮ ਕਰ ਅੱਜ। ਪਹਿਲੀ ਵਾਰ ਮੀਰਾ ਨੇ ਹੁਕਮ ਦੇਣ ਦੇ ਲਹਿਜੇ ਵਿੱਚ ਮਾਂ ਨਾਲ ਗੱਲ ਕੀਤੀ ਸੀ। ਸਾਰੀ ਰਾਤ ਗੋਲੀ ਨਾਲ ਤਾਪ ਥੋੜ੍ਹਾ ਚਿਰ ਉਤਰਦਾ ਤੇ ਫਿਰ ਚੜ ਜਾਂਦਾ। ਮੀਰਾ ਕਦੇ ਮਾਂ ਦਾ ਸਿਰ ਘੁੱਟਦੀ ਤੇ ਕਦੇ ਲੱਤਾਂ ਬਾਹਾਂ ਦਬਾਉਂਦੀ ਨੇ ਮੰਜੇ ਤੇ ਪਿੱਠ ਲਾ ਕੇ ਨਾ ਦੇਖੀ। ਸਵੇਰੇ ਤੜਕੇ 4 ਵਜੇ ਜਦੋਂ ਮੰਦਿਰ ਗੁਰਦੁਆਰਿਆਂ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਤਾਂ ਕਿਤੇ ਜਾ ਕੇ ਸਲਮਾ ਨੂੰ ਬੁਖਾਰ ਉਤਰਨ ਕਰਕੇ ਊਂਘ ਆਈ। ਚਿੱਟਾ ਦਿਨ ਚੜ੍ਹ ਚੁੱਕਿਆ ਸੀ। ਅਸਮਾਨ ਵਿੱਚ ਬੱਦਲਬਾਈ ਕਰਕੇ ਸੁਸਤ ਜਿਹਾ ਦਿਨ ਸੀ। ਜੁਗਨੂ ਨੂੰ ਆਵਾਜ਼ ਮਾਰਦਿਆਂ ਮੀਰਾ ਬੋਲੀ, ਗੱਡੀ ਮੰਗਵਾ, ਆਪਾਂ ਅੰਮੀ ਨੂੰ ਪਿੰਡ ਛੱਡਣ ਜਾਵਾਂਗੇ ਅੱਜ। ਲਾਲੀ ਨੇ ਫਟਾਫਟ ਨਾਸ਼ਤਾ ਖਵਾਇਆ ਅਤੇ ਚਿਰਾਗ ਨੂੰ ਸਕੂਲ ਤੋਰਿਆ। ਜੁਗਨੂ, ਮੀਰਾ ਤੇ ਸਲਮਾ ਡਰਾਈਵਰ ਨਾਲ ਪਿੰਡ ਨੂੰ ਚੱਲ ਪਏ। ਕਿਣਮਿਣ ਫਿਰ ਜਾਰੀ ਹੋ ਚੁੱਕੀ ਸੀ। ਮੀਰਾ ਨੇ ਤਿੰਨੋਂ ਭਰਜਾਈਆਂ ਲਈ ਸੋਹਣੇ ਸੂਟ ਮੂੰਹ ਦਿਖਾਈ ਲਈ ਚੱਕ ਲਏ ਤੇ ਬੱਚਿਆਂ ਲਈ ਫਲ ਫਰੂਟ ਦੀਆਂ ਟੋਕਰੀਆਂ ਮੰਗਵਾ ਲਈਆਂ। ਮੀਰਾ ਦੇ ਮਨ ਵਿੱਚ ਪਿੰਡ ਮੁੜਨ ਦਾ ਚਾਅ ਟਪੂਸੀਆਂ ਮਾਰ ਰਿਹਾ ਸੀ। ਮਸਾਂ ਘਰ ਜਾਣ ਦਾ ਸਬੱਬ ਬਣਿਆ ਸੀ। ਪਿੰਡ ਦੀ ਜੂਹ ਵਿੱਚ ਪੈਰ ਪਾਉਣ ਨੂੰ ਤਾਂ ਉਹ ਤਰਸ ਗਈ ਸੀ। ਕਈ ਵਾਰ ਤਾਂ ਸੁਪਨੇ ਵਿੱਚ ਪਿੰਡ ਦੀ ਫੇਰੀ ਪਾਉਂਦੀ ਤਾਂ ਤਾਈਆਂ ਚਾਚੀਆਂ ਤੇ ਝੇਡਾਂ ਕਰਦੇ ਜਵਾਕ ਉਸ ਨੂੰ ਮੁੜ ਪਿੰਡ ਆਉਣ ਦੀ ਗੁਹਾਰ ਪਾਉਂਦੇ ਦਿਸਦੇ। ਪਿਪਲੀ ਤੇ ਆਈ ਪੀਂਘ ਉਡੀਕਦੀ, ਨਾਮੋ ਝੂਰੀ ਖਿੱਲਾਂ ਦਾ ਬੋਈਆ ਚੁੱਕੀ ਖੜੀ ਦਿਸਦੀ। ਅੱਬਾ ਬਾਰ-ਬਾਰ ਸਿਰ ਪਲੋਸਦਾ ਲੱਗਦਾ। ਅਗਲੇ ਦਿਨ ਉਹ ਪਲਾਂ ਨੂੰ ਸਾਂਭ ਰੱਖਦੀ, ਮਾਣਦੀ, ਦੂਣ ਸਵਾਈ ਹੋਈ ਭਰਮ ਪਾਲਦੀ ਰਹਿੰਦੀ। ਮੀਂਹ ਤੇਜ਼ ਹੋ ਚੁੱਕਿਆ ਸੀ। ਗੱਡੀ ਦੇ ਵਾਈਪਰ ਸ਼ੀਸ਼ੇ ਉੱਤੇ ਕਿਸੇ ਅਲੜ ਮੁਟਿਆਰ ਵਾਂਗੂ ਨੱਚਦੇ ਨਜ਼ਰ ਆ ਰਹੇ ਸਨ। ਮੀਰਾ ਨੂੰ ਸਫ਼ਰ ਬੇਹੱਦ ਸੁਹਾਵਣਾ ਲੱਗ ਰਿਹਾ ਸੀ।
ਜੁਗਨੂ ਮੂਰਲੀ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ ਤੇ ਮੀਰਾ ਅੰਮੀ ਸਲਮਾ ਨਾਲ ਪਿੱਛੇ ਬੈਠੀ ਨਿੱਕੀਆਂ ਗੱਲਾਂ ਕਰ ਰਹੀ ਸੀ। ਉਧਰ ਕੋੜਾਮਲ ਚਿਰਾਗ ਨੂੰ ਸਕੂਲ ਛੱਡ ਕੇ ਘਰ ਪਰਤ ਗਿਆ ਸੀ, ਜੋ ਕਿ ਗੋਰੀ ਕੋਠੀ ਦੇ ਨਾਲ ਵਾਲੀ ਗਲੀ ਵਿੱਚ ਹੀ ਸੀ। ਮੌਸਮ ਦਾ ਮਿਜਾਜ ਅਥਰਾ ਜਿਹਾ ਸੀ, ਬਾਕੀ ਦਿਨਾਂ ਤੋਂ ਅਲੱਗ। ਇਸ ਸਾਲ ਦੀ ਇਹ ਸੌਣ ਦੀ ਝੜੀ ਪਤਾ ਨਹੀਂ ਕਿਉਂ ਉਸ ਦੇ ਇਕੱਲੇਪਨ ਨੂੰ ਮੂੰਹ ਚਿੜਾ ਰਹੀ ਲੱਗਦੀ ਸੀ। ਇਹੋ ਜਿਹਾ ਅਹਿਸਾਸ ਪਹਿਲਾਂ ਤਾਂ ਕਦੇ ਨਹੀਂ ਹੋਇਆ ਸੀ। ਜਿੰਦ ਰੂਹ ਦੇ ਸਾਥੀ ਲਈ ਤੜਪਣ ਲੱਗੀ ਸੀ। ਗਰਜ ਕੇ ਬਰਸਦੇ ਬੱਦਲ ਉਸ ਨੂੰ ਮੁਹੱਬਤ ਦਾ ਇਜ਼ਹਾਰ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਇੱਕਦਮ ਉਸ ਨੂੰ ਖਿਆਲ ਆਇਆ ਕਿ ਅੱਜ ਤਾਂ ਗੋਰੀ ਕੋਠੀ ਵਿੱਚ ਲਾਲੀ ਵੀ ਇਕੱਲੀ ਹੈ। ਦਿਲ ਦੀ ਗੱਲ ਕਹਿਣ ਦਾ ਇਸ ਤੋਂ ਚੰਗਾ ਮੌਕਾ ਫਿਰ ਪਤਾ ਨਹੀਂ ਮਿਲੇ ਜਾਂ ਨਾ ਮਿਲੇ। ਸੋਚਾਂ ਦੇ ਤਾਣੇ ਬਾਣੇ ਬੁਣ ਕੇ ਕੋੜੇਮਲ ਨੇ ਵਰਾਂਡੇ 'ਚ ਕੀਲੀ ਤੇ ਟੰਗੀ ਛਤਰੀ ਲਾਹੀ ਤੇ ਪੈਦਲ ਗੋਰੀ ਕੋਠੀ ਵੱਲ ਨੂੰ ਹੋ ਤੁਰਿਆ। ਕਿਵੇਂ ਗੱਲ ਕਰਾਂਗਾ, ਕਿੱਥੋਂ ਸ਼ੁਰੂ ਕਰਾਂਗਾ? ਸੱਚਮੁੱਚ ਹੀ ਜੇਰੇ ਵਾਲਾ ਕੰਮ ਹੈ। ਸਾਰੇ ਰਾਮ ਰਹੀਮ ਅਤੇ ਪੀਰਾਂ ਫਕੀਰਾਂ ਨੂੰ ਧਿਆਉਂਦਾ ਉਹ ਹੌਸਲੇ ਨਾਲ ਗੋਰੀ ਕੋਠੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਵੜਿਆ। ਲਾਲੀ ਉਸ ਨੂੰ ਕਿਤੇ ਨਾ ਦਿਸੀ। ਲਾਲੀ ਕਿੱਥੇ ਹੈ? ਪਹਿਲੀ ਵਾਰ ਕੋੜੇਮਲ ਨੇ ਬੇਝਿਜਕ ਹੋ ਕੇ ਉਸ ਦਾ ਨਾਂ ਆਪਣੇ ਮੂੰਹੋਂ ਲਿਆ ਸੀ। ਸਿਖਰਲੇ ਕੋਠੇ ਤੋਂ ਮੀਂਹ ਨਾਲ ਪ੍ਰਣਾਲੇ ਵਿੱਚ ਫਸੇ ਨਿੰਮ ਦੇ ਪੱਤੇ ਕੱਢਦੀ ਲਾਲੀ ਉਤਸੁਕਤਾ ਭਰੀ ਬੋਲੀ, ਆਈ ਉਸਤਾਦ ਜੀ। ਉਸਦੇ ਪੈਰਾਂ ਥੱਲੇ ਕਾਲੀ ਦੀ ਅੱਗ ਮੱਚਣ ਲੱਗੀ ਸੀ। ਪਹਿਲੀ ਵਾਰ ਉਸ ਨੂੰ ਆਪਦਾ ਨਾਂ ਇੰਨਾ ਸੋਹਣਾ ਲੱਗਿਆ ਸੀ। ਭੀਜੇ ਤੇ ਠੁਰ ਕਰਦੇ ਬਦਨ ਉੱਤੇ ਪਿਆਰ ਦੀ ਕੰਬਣੀ ਛਿੜ ਗਈ। ਨੁੱਚੜਦੇ ਕੱਪੜਿਆਂ ਨਾਲ ਕਾਲੀ ਗੋਲ ਪੌੜੀਆਂ ਉਤਰਦੀ ਲਾਲੀ ਦਾ ਪੈਰ ਫਿਸਲ ਗਿਆ ਤੇ ਚੀਕ ਮਾਰਦੀ ਉਹ ਵਿਹੜੇ ਦੇ ਫਰਸ਼ ਤੇ ਧੜਮ ਆ ਡਿੱਗਦੀ ਬੋਲੀ, ਹਾਏ ਮਰ ਗਈ ਉਸਤਾਦ ਜੀ। ਕਹਿੰਦੀ ਉਹ ਪੀੜ ਨਾਲ ਕਰਾਉਂਦੀ ਦੂਰੀ ਹੋਈ ਜਾ ਰਹੀ ਸੀ। ਕੋੜੇਮਲ ਨੇ ਭੱਜ ਕੇ ਜਾ ਉਸਦੇ ਗੀਲੇ ਬਦਨ ਨੂੰ ਕਲਾਵੇਂ ਵਿੱਚ ਭਰ ਕੇ ਚੱਕ ਲਿਆ ਤੇ ਥੱਲੇ ਹੀ ਮਹੰਤ ਬੁਲਬੁਲ ਦੇ ਕਮਰੇ ਵਿੱਚ ਪਲੰਗ ਤੇ ਲਟਾ ਦਿੱਤਾ। ਕਿਉਂ ਕਰਦੀ ਐ ਇਹੋ ਜਿਹੇ ਕੰਮ? ਮੈਂ ਕਿਸ ਵਾਸਤੇ ਆ? ਉਸਤਾਦ ਕੋੜੇਮਲ ਆਪਣਤ ਭਰਿਆ ਉਸਦਾ ਹੱਥ ਫੜ ਕੇ ਬੋਲਿਆ। ਆ ਮੇਰਾ ਕਮਰਾ ਚੋਈ ਜਾਂਦਾ ਸੀ, ਪਰ ਨਾਲਾ ਬੰਦ ਹੋਣ ਕਰਕੇ ਪੱਤੇ ਕੱਢਣ ਗਈ ਸੀ, ਬਸ ਪੌੜੀ ਤੋਂ ਪੈਰ ਫਿਸਲ ਗਿਆ। ਲਾਲੀ ਬੋਲੀ। ਕਿੱਥੇ ਸੱਟ ਲੱਗੀ ਐ? ਘਬਰਾਇਆ ਕੋੜੇਮਲ ਪੁੱਛ ਰਿਹਾ ਸੀ। ਬਸ ਪੈਰ ਹੀ ਮੁੱਚਿਆ, ਬਾਕੀ ਤਾਂ ਮਾੜੀਆਂ ਮੋਟੀਆਂ ਰਗੜਾਂ ਹੀ ਨੇ। ਕੂਣੀਆਂ ਨੂੰ ਹੱਥ ਨਾਲ ਟੋਂਦੀ ਲਾਲੀ ਦੱਸ ਰਹੀ ਸੀ। ਸਿਰ ਤੋਂ ਲਾ ਕੇ ਕੋਸਾ ਪਰਨਾ ਪੈਰ ਤੇ ਲਪੇਟਦਾ ਕੋੜਾਮਲ ਬੋਲਿਆ, ਸ਼ੁਕਰ ਕਰ ਬਚਤ ਰਹਿ ਗਈ, ਜੇ ਸਿਰ ਤੇ ਸੱਟ ਲੱਗ ਜਾਂਦੀ ਜਾ ਜਾਂਦੀ ਹੋ ਜਾਣੀ ਸੀ ਕਮਲੀਏ। ਚੱਲ ਚੰਗਾ, ਮੁਕਤੀ ਹੋ ਜਾਂਦੀ, ਉਹ ਵੀ ਤਾਂ ਧਰਤੀ ਤੇ ਵਾਧੂ ਦਾ ਭਾਰ ਹੀ ਆ। ਲਾਲੀ ਭਰੇ ਮਨ ਨਾਲ ਬੋਲੀ। ਹਾਏ ਏਦਾਂ ਕਿਉਂ ਕਹਿੰਨੀ ਏ? ਮੈਂ ਤਾਂ ਉਹੀ ਮਰ ਜਾਂਦਾ ਸਹੁੰ ਤੇਰੀ। ਅੱਖਾਂ ਵਿੱਚ ਅੱਖਾਂ ਪਾ ਕੇ ਕੋੜਾਮਲ ਬੋਲਿਆ। ਕਿਉਂ? ਕਹਿੰਦੀ ਲਾਲੀ ਦੀਆਂ ਅੱਖਾਂ ਸੰਗ ਨਾਲ ਝੁਕ ਗਈਆਂ। ਜ਼ਰੂਰੀ ਤਾਂ ਨਹੀਂ ਕਿ ਹਰ ਗੱਲ ਹੀ ਕਹੀ ਜਾਵੇ। ਤੂੰ ਕਿਉਂ ਅਨਭੋਲ ਬਣਦੀ ਏ ਸਾਰਾ ਕੁਝ ਜਾਣਦੀ ਹੋਈ ਵੀ? ਇੱਕ ਦੂਜੇ ਨੂੰ ਦੇਖੇ ਬਿਨਾਂ ਤਾਂ ਸਾਡਾ ਦਿਨ ਨਹੀਂ ਚੜ੍ਹਦਾ। ਕਈ ਵਰੇ ਹੋ ਗਏ ਅਰਮਾਨ ਅੰਦਰ ਦੱਬੀ ਬੈਠੇ ਆ। ਸੱਚ ਨਾਲ ਹੀ ਲਾਲੀ, ਜਦ ਤੂੰ ਅੰਜੂ ਨੂੰ ਸੂਹੇ ਸਾਲੂ ਵਿੱਚ ਲਿਪਟੀ ਦੇਖ ਕੇ ਮੇਰੇ ਵੱਲ ਪਿਆਸੀਆਂ ਭਰੀਆਂ ਨਜ਼ਰਾਂ ਨਾਲ ਤੱਕੀ ਸੀ, ਉਸ ਦਿਨ ਤਾਂ ਮੈਂ ਜਾਣੋ ਅੱਖਾਂ ਝਪਕਣਾ ਹੀ ਭੁੱਲ ਗਿਆ ਸੀ। ਉਸ ਦਿਨ ਸ਼ਾਇਦ ਪਹਿਲੀ ਵਾਰ ਧੁੱਪ ਨੇ ਕਿਰਨਾਂ ਜੰਮੀਆਂ ਸਨ। ਮੇਰੀ ਹਨੇਰੀ ਕੁੱਲੀ ਵਿੱਚ ਉਸ ਰਾਤ ਕਿਸੇ ਨੇ ਸੁਰੀਲੀ ਤਰਜ ਛੇੜੀ ਸੀ। ਸਤਰੰਗੀ ਪੀਂਘ ਦੇ ਝੂਟੇ ਲਈ ਮੈਂ ਬੇਬਲ ਹੋ ਉੱਠਿਆ ਸੀ। ਮੋਹ ਦੀ ਪੰਡ ਦਿਨ ਰਾਤ ਢਾਉਂਦਾ ਫਿਰਦਾ ਹਾਂ। ਅੱਜ ਹਾੜਾ ਮੇਰੀ ਤਕਦੀਰ ਨੂੰ ਚਮਕਦਾ ਚੰਨ ਬਣਾ ਕੇ ਚੜ੍ਹ ਲੈਣ ਦੇ, ਫੈਸਲਾ ਹੋ ਲੈਣ ਦੇ। ਰੱਬਾ ਮੇਰੇ ਨਾਲ ਦਾ ਮਹਿਰਮ ਤੂੰ ਹੀ ਤਾਣਾ, ਤੂੰ ਹੀ ਬਾਣਾ, ਰੋਸ ਵਿੱਚ ਤੂੰ, ਰੋਮ ਵਿੱਚ ਤੂੰ। ਬੋਲ, ਅਪਣਾਏਂਗੇ ਇਸ ਮਰਾਸੀ ਦੇ ਪੁੱਤ ਨੂੰ? ਹੱਥ ਬੰਨ੍ਹਦਾ ਪਿਆਰ 'ਚ ਇਜ਼ਹਾਰ ਕਰਦਾ ਕੋੜੇਮਲ ਬੋਲਿਆ। ਲਾਲੀ ਲਈ ਕੋੜੇਮਲ ਦੀ ਮੁਹੱਬਤ ਤਾਂ ਰੂਹ ਦਾ ਰਾਜ ਸੀ, ਦਿਲ ਦੀ ਆਵਾਜ਼ ਸੀ। ਉਸ ਦੀ ਹਮਸਫਰ ਤਾਂ ਉਹ ਰੋਜ਼ ਹੀ ਖੁਆਬਾਂ ਵਿੱਚ ਬਣ ਬਹਿੰਦੀ ਸੀ। ਚੁੱਪਚਾਪ ਆਪ ਦਾ ਹੱਥ ਕੋੜੇਮਲ ਦੇ ਹੱਥ ਵਿੱਚ ਫੜਾਉਂਦੀ ਲਾਲੀ ਨੇ ਨਜ਼ਰਾਂ ਝੁਕਾ ਕੇ ਮੁਹੱਬਤ ਕਬੂਲ ਕਰ ਲਈ। ਹੱਥ ਫੜ ਕੇ ਕੋੜੇਮਲ ਨੇ ਲਾਲੀ ਨੂੰ ਬੈਠੀ ਕਰ ਲਿਆ ਤੇ ਕਲਾਵੇਂ ਵਿੱਚ ਭਰ ਲਿਆ। ਬਾਹਰ ਮੀਂਹ ਤੇ ਝੱਖੜ ਹੋਰ ਤੇਜ਼ ਹੋ ਚੁੱਕਿਆ ਸੀ। ਲਾਲੀ ਅਤੇ ਕੋੜਾਮਲ ਦੇ ਸਾਹ ਨਜ਼ਦੀਕੀਆਂ ਪਾਉਂਦੇ ਤੇਜ਼ ਹੁੰਦੇ ਜਾ ਰਹੇ ਸਨ। ਇੱਕ ਦੂਜੇ ਦੇ ਬਦਨ ਦੀ ਮਹਿਕ ਨੇ ਦੋਹਾਂ ਦੇ ਹੋਸ਼ੋ ਹਵਾਸ ਉਡਾ ਦਿੱਤੇ। ਤੇਰੀ ਹੀ ਸੀ ਮੈਂ, ਤਾਈਓਂ ਤਾਂ ਕਿਤੇ ਹੋਰ ਕਬੂਲ ਨਾ ਹੋ ਸਕੀ ਸੀ, ਕਹਿੰਦੀ ਲਾਲੀ ਭਾਵਨਾਵਾਂ ਦੇ ਵਹਿਣ ਵਿੱਚ ਵਹਿੰਦੀ ਤੁਰੀ ਗਈ ਤੇ ਆਪਣਾ ਬਦਨ ਪਤਾ ਨਹੀਂ ਕਦੋਂ ਤੇ ਕਿਵੇਂ ਕੋੜੇਮਲ ਦੇ ਸਪੁਰਦ ਕਰ ਦਿੱਤਾ।
ਦੋ ਜਿਸਮ ਤੇ ਦੋ ਰੂਹਾਂ ਬਿਨ ਕਿਸੇ ਰਸਮੋ ਰਿਵਾਜ ਤੋਂ ਗੋਰੀ ਕੋਠੀ ਵਿੱਚ ਇਕਮਕ ਹੋ ਗਈਆਂ। ਸ਼ਾਇਦ ਇਹ ਵਰਤਾਰਾ ਤਾਂ ਗੋਰੀ ਕੋਠੀ ਦੀਆਂ ਕੰਧਾਂ ਨੇ ਵੀ ਪਹਿਲੀ ਵਾਰ ਵੇਖਿਆ ਸੀ। ਮੀਂਹ ਰੁਕ ਚੁੱਕਿਆ ਸੀ। ਜਿਸਮਾਂ ਵਿੱਚ ਉੱਠੇ ਭੁਚਾਲ ਵੀ ਸ਼ਾਂਤ ਹੋ ਗਏ ਸਨ। ਦੋਹਾਂ ਨੇ ਹਰ ਪੀਰ ਫਕੀਰ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਜ਼ਿੰਦਗੀ ਭਰ ਦੀ ਵਸੀਅਤ ਇੱਕ ਦੂਜੇ ਦੇ ਨਾਂ ਲਿਖ ਦਿੱਤੀ। ਕੋੜਾਮਲ ਵਾਰ-ਵਾਰ ਲਾਲੀ ਦੀਆਂ ਕਾਲੀਆਂ ਨਾਗ ਵਰਗੀਆਂ ਜ਼ੁਲਫਾਂ ਸੁਆਰਦਾ, ਉਸਦੇ ਗੁਲਾਬੀ ਜਿਹੇ ਚਿਹਰੇ ਨੂੰ ਛੋ-ਛੋ ਵੇਖਦਾ, ਜਿਵੇਂ ਕਿ ਜਲ ਤਰੰਗਾਂ ਨੂੰ ਛੋਹਦਾ ਨਾ ਰੱਜਦਾ ਹੋਵੇ। ਤੂੰ ਵਸਦੀ ਰਹੀ ਘੁੱਗ ਸ਼ਹਿਰ ਬਣ ਕੇ, ਵਹਿੰਦੀ ਰਹੀ ਮੁਹੱਬਤ ਦਾ ਦਰਿਆ ਬਣ ਕੇ, ਬਰਸਦੀ ਰਹੀ ਮੋਹ ਦੀ ਬਦਲੀ ਬਣ ਕੇ, ਤੇ ਇੱਕ ਦਿਨ ਆਵੀਂ ਪੈਰੀ ਝਾਂਜਰ ਪਾ ਕੇ ਮੇਰੀਆਂ ਬੇਬਾਕ ਕੰਧਾਂ ਵਿੱਚ ਸਰਗਮ ਛੇੜੀ, ਮੇਰੀ ਹਨੇਰੀ ਕੁੱਲੀ ਨੂੰ ਚਾਨਣ ਕਰ ਦੇਵੀਂ। ਆਖਰੀ ਸਾਹ ਤੱਕ ਲੱਜਤ ਨਾਲ ਚਾਅ ਪੂਰੇ ਕਰਾਂਗੇ। ਕਹਿੰਦਾ ਕੋੜੇਮਲ ਵਾਰ-ਵਾਰ ਉਸ ਨੂੰ ਚਿੰਬੜ ਜਾਂਦਾ। ਉਹ ਆਪਦੀ ਕਿਸਮਤ ਤੇ ਬਲਿਹਾਰੇ ਜਾ ਰਿਹਾ ਸੀ। ਲਾਲੀ ਵੀ ਇੰਨਾ ਪਿਆਰ ਪਾ ਕੇ ਨੱਕੋ ਨੱਕ ਭਰ ਗਈ ਸੀ। ਤ੍ਰਿਬਕ ਕੇ ਕੋੜੇਮਲ ਨੂੰ ਚਿੰਬੜਦੀ ਉਹ ਬੋਲੀ, ਹਾਏ ਇਹ ਸਭ ਮਹੰਤ ਮੀਰਾ ਨੂੰ ਕਿਵੇਂ ਦੱਸਾਂਗੇ? ਡਰ ਤੇ ਸਹਿਮ ਨਾਲ ਉਸਦਾ ਸਾਰਾ ਬਦਨ ਕੰਬਣ ਲੱਗ ਗਿਆ। ਜਿਸ ਕੁਦਰਤ ਨੇ ਮੇਲ ਕਰਾਇਆ, ਇਹ ਸਬੱਬ ਬਖਸ਼ਿਆ, ਉਹ ਦੱਸਣ ਦੀ ਹਿੰਮਤ ਵੀ ਬਖਸ਼ੇਗੀ। ਪਿਆਰ ਮੁਹੱਬਤ ਕੋਈ ਗੁਨਾਹ ਨਹੀਂ, ਇਹ ਤਾਂ ਭਗਵਾਨ ਦੀ ਰਹਿਮਤ ਨਾਲ ਇੱਕ ਤਰ੍ਹਾਂ ਦੀ ਇਬਾਦਤ ਹੈ। ਮੇਰੀ ਲਾਡੋ, ਤੂੰ ਫਿਕਰ ਨਾ ਕਰ, ਆਪਦੇ ਇਸ ਉਸਤਾਦ ਜੀ ਤੇ ਯਕੀਨ ਰੱਖ। ਹੁਣ ਤਾਂ ਆਖਰੀ ਦਮ ਤੱਕ ਨਿਭਾਵਾਂਗਾ। ਅੱਜ ਕੋੜੇਮਲ ਦੇ ਬੋਲ ਮਿਸ਼ਰੀ ਵਰਗੇ ਮਿੱਠੇ ਹੋ ਕੇ ਫਿਜ਼ਾ ਵਿੱਚ ਮਿਠਾਸ ਬਣ ਕੇ ਘੁਲ ਰਹੇ ਸਨ। ਉਧਰ ਕਾਰ ਮੀਰਾ ਦੇ ਘਰ ਮੂਹਰੇ ਜਾ ਕੇ ਰੁਕੀ। ਸਲਮਾ ਉਤਰ ਕੇ ਮੂਹਰਲੇ ਵਿਹੜੇ ਨੂੰ ਤੁਰ ਪਈ, ਜੋ ਕਿ ਹੁਣ ਬਿਲਕੁਲ ਅਲੱਗ ਦਿਸ ਰਿਹਾ ਸੀ। ਹੈਰਾਨ ਹੁੰਦਿਆਂ ਮੀਰਾ ਨੇ ਪੁੱਛਿਆ, ਅੰਮੀ ਆਵੇ ਵਾਲੇ ਵਿਹੜੇ ਵਿੱਚ ਕਿਉਂ ਚੱਲੀਏ? ਹਾਂ ਪੁੱਤ, ਹੁਣ ਮੈਂ ਬਿਲਾਲ ਦੇ ਟੱਬਰ ਨਾਲ ਇੱਧਰ ਰਹਿੰਦੀ ਹਾਂ। ਅੰਦਰਲਾ ਘਰ ਤਾਂ ਬਰਕਤ ਤੇ ਸ਼ਮੀਰ ਨੂੰ ਅੱਧੋ ਅੱਧ ਵੰਡ ਦਿੱਤਾ। ਸਭ ਅੱਡ ਵਿੱਡ ਨੇ, ਆਪੋ ਆਪਣੇ ਘਰੀ। ਅੰਮੀ ਦੇ ਬੋਲਾਂ ਵਿੱਚ ਲੋਹੜੇ ਦੀ ਚੀਸ ਸੀ। ਗੱਲ ਸੁਣ ਕੇ ਜਿਵੇਂ ਮੀਰਾ ਦਾ ਬਦਨ ਵੀ ਖਿੰਡ ਖੁੰਡ ਗਿਆ ਸੀ। ਉਸਨੂੰ ਹਰ ਤਰਫੋਂ ਅੱਬਾ ਦੇ ਤੁਰੇ ਆਉਂਦੇ ਦਾ ਭੁਲੇਖਾ ਪੈਂਦਾ। ਯਾਦਾਂ ਨੂੰ ਬਥੇਰਾ ਅੱਖੋਂ ਪਰੋਖੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੱਲੋ ਮੱਲੀ ਅਤੀਤ ਹੂ ਬਹੂ ਉਵੇਂ ਹੀ ਸਾਹਮਣੇ ਆ ਜਾਂਦਾ। ਭਰਦੀਆਂ ਡੁੱਲਦੀਆਂ ਅੱਖਾਂ ਨੂੰ ਲੁਕਾਉਂਦੀ ਉਹ ਸਲਮਾ ਦੇ ਪਿੱਛੇ ਪਿੱਛੇ ਨਿੱਕੀਆਂ ਨਿੱਕੀਆਂ ਪੈੜਾਂ ਪੁੱਟਦੀ ਤੁਰੀ ਗਈ। ਫਾਤਿਮਾ ਨਲਕੇ ਮੂਹਰੇ ਬੈਠੀ ਭਾਂਡੇ ਮਾਂਜ ਰਹੀ ਸੀ। ਸਲਮਾ ਦੇ ਪਿੱਛੇ ਪਿੱਛੇ ਤੁਰੀ ਆਉਂਦੀ ਮੀਰਾ ਤੇ ਜੁਗਨੂ ਨੂੰ ਉਹਨੇ ਕੋੜੀਆਂ ਜੀਆਂ ਉਪਰੀਆਂ ਨਜ਼ਰਾਂ ਨਾਲ ਵੇਖਿਆ ਤੇ ਮੂੰਹ ਫੇਰ ਲਿਆ। ਬੱਚੇ ਵੀ ਘੁਸਰ ਮੁਸਰ ਕਰਦੇ ਉਰਾਂ ਪਰਾਂ ਹੋ ਗਏ ਸਨ। ਕੁੜੇ ਫਾਤਿਮਾ, ਇਹ ਆਪਣੀਆਂ ਮੀਰਾ ਹੈ, ਬੜੇ ਸਾਲਾਂ ਬਾਅਦ ਘਰੇ ਮੁੜੀ ਹੈ। ਤੁਹਾਨੂੰ ਸਭ ਨੂੰ ਦੇਖਣ ਨੂੰ ਜੀ ਕਰ ਆਇਆ ਇਹਦਾ। ਫਾਤਿਮਾ ਨੇ ਫਿੱਕੀ ਜਿਹੀ ਮੁਸਕਰਾਹਟ ਨਾਲ ਸਿਰ ਹਿਲਾਇਆ ਤੇ ਬਿਨ ਬੋਲਿਆਂ ਹੀ ਰਸੋਈ ਵਿੱਚੋਂ ਮੁੰਡੇ ਦੇ ਹੱਥ ਪਾਣੀ ਭੇਜ ਦਿੱਤਾ। ਸਲਮਾ ਦੀ ਬੈਠਕ ਵਿੱਚ ਮੀਂਹ ਤੋਂ ਬਾਅਦ ਵਾਲੀ ਅੰਤਾਂ ਦੀ ਹੁਮਸ ਸੀ। ਢਿੱਲੀ ਜਿਹੀ ਮੰਜੀ, ਸੰਦੂਕ, ਚਰਖਾ, ਨਿਜ਼ਾਮੁਦੀਨ ਦਾ ਹੁੱਕਾ, ਲੋਹੇ ਦੇ ਟਰੰਕ ਤੇ ਹੋਰ ਨਿੱਕ-ਮੁੱਕ ਨਾਲ ਕਮਰਾ ਭਰਿਆ ਪਿਆ ਸੀ। ਕੱਚੀ ਮਿੱਟੀ ਨਾਲ ਲਿਪੇ ਕਮਰੇ ਵਿੱਚੋਂ ਲਿਓੜ ਲੈ ਰਹੇ ਸਨ। ਛੋਟੀ ਜਿਹੀ ਬੀਹੀ ਵਾਲੀ ਪਾਸੇ ਖੁੱਲ੍ਹਦੀ ਤਾਕੀ ਵਿੱਚ ਤੇਲ ਦੀਆਂ ਸ਼ੀਸ਼ੀਆਂ ਪਈਆਂ ਹੋਈਆਂ ਸਨ। ਮੀਰਾ ਇੱਕ ਇੱਕ ਚੀਜ਼ ਨੂੰ ਪਾਰਖੂ ਅੱਖਾਂ ਨਾਲ ਦੇਖਦੀ ਸੋਚ ਰਹੀ ਸੀ ਕਿ ਇਹ ਉਹੀ ਅੰਮੀ ਹੈ ਜੋ 5 ਜਵਾਕਾਂ ਨਾਲ 2 ਕੱਚੀਆਂ ਸੁਬਾਤਾਂ ਨੂੰ ਵੀ ਸ਼ਾਹੀ ਮਹਿਲ ਵਾਂਗ ਸਜਾ ਕੇ ਰੱਖਦੀ ਹੁੰਦੀ ਸੀ। ਟਾਂਡ ਤੇ ਲਿਸ਼ਕ ਦੇ ਪਿੱਤਲ ਦੇ ਭਾਂਡੇ, ਰੰਗਲੇ ਪੜੋਲੇ, ਸੂਤ ਦੇ ਬੁਣੇ ਮੰਜੇ, ਪੱਖੀਆਂ। ਆ ਕਿਹੋ ਜਿਹਾ ਸਮਾਂ ਆ ਗਿਆ। ਇੰਨਾ ਨਿਗਾਰ ਪੁੱਤ ਨੂੰਹਾਂ ਦੇ ਹੁੰਦੇ ਸੁਣਦਿਆਂ ਮੀਰਾ ਦਾ ਹਜੇ ਭਾਬੀ ਕਹਿਣ ਦਾ ਚਾਅ ਵੀ ਪੂਰਾ ਨਾ ਕਰ ਸਕੀ ਸੀ ਕਿ ਫਾਤਿਮਾ ਦਾ ਰਵੱਈਆ ਦੇਖ ਕੇ ਉਸਦੀ ਤਾਂ ਜਾਣੋ ਜ਼ੁਬਾਨ ਹੀ ਠਾਕੀ ਗਈ। ਉਸਦਾ ਉਦਾਸਿਆ ਤੇ ਉਤਰਿਆ ਚਿਹਰਾ ਦੇਖ ਕੇ ਸਲਮਾ ਧੀਰ ਧਰਾਉਂਦੀ ਬੋਲੀ, ਮੈਂ ਘੱਲਦੀ ਹਾਂ ਸੁਨੇਹਾ ਤਸਨੀਮ ਤੇ ਫਰਜ਼ਾਨਾ ਨੂੰ, ਆ ਕੇ ਮਿਲ ਜਾਣਗੀਆਂ। ਇਹ ਫਾਤਿਮਾ ਤਾਂ ਬਾਹਲੀ ਸੰਗਾਊ ਹੈ, ਕਿਸੇ ਆਏ ਗਏ ਦੇ ਕੋਲ ਵੀ ਨਹੀਂ ਬੈਠਦੀ। ਮੁੰਡੇ ਤਿੰਨੋਂ ਹੀ ਕੰਮਕਾਰਾਂ ਤੇ ਗਏ ਹੋਏ ਨੇ। ਸਲਮਾ ਦਾ ਫਿਕਰਮੰਦ ਚਿਹਰਾ ਬਿਨ ਦੱਸਿਆਂ ਹੀ ਬੇਵਸੀ ਦੀ ਭਾਤ ਪਾ ਰਿਹਾ ਸੀ। ਜੁਗਨੂ ਚੁੱਪਚਾਪ ਬੈਠਾ ਕਦੇ ਸਲਮਾ ਤੇ ਕਦੇ ਮੀਰਾ ਦਾ ਚਿਹਰਾ ਪੜ ਰਿਹਾ ਸੀ। ਕਾਫੀ ਦੇਰ ਮੀਰਾ ਉਡੀਕਦੀ ਰਹੀ, ਕੋਈ ਮਿਲਣ ਨਾ ਆਇਆ। ਸਲਮਾ ਅੰਦਰ ਬਾਹਰ ਪੈਰ ਮਾਰਦੀ ਪਿੰਡ ਦੇ ਲੋਕਾਂ ਦੀਆਂ ਗੱਲਾਂ ਬਾਤਾਂ ਨਾਲ ਟਾਈਮ ਟਪਾਉਂਦੀ ਰਹੀ। ਚੰਗਾ ਅੰਮੀ, ਹੁਣ ਦੇ ਇਜਾਜ਼ਤ, ਕਵੇਲਾ ਹੋਈ ਜਾਂਦਾ। ਨਾਲੇ ਸੱਚ ਆ ਕੱਪੜੇ ਮੇਰੀਆਂ 3 ਭਰਜਾਈਆਂ ਨੂੰ ਦੇ ਦੇਵੀਂ ਤੇ ਫਲ ਫਰੂਟ ਬੱਚਿਆਂ ਲਈ। ਨਾ ਪੁੱਤ, ਤੇਰਾ ਕੀ ਹੱਕ ਬਣਦਾ? ਤੈਨੂੰ ਤਾਂ ਇਹ ਸਗੋਂ ਦੇ ਕੇ ਤੋੜਦੀਆਂ। ਚੱਲ ਛੱਡ, ਟੱਕਿਆ ਹੀ ਰਹਿਣ ਦੇ। ਸਲਮਾ ਦੁਖੀ ਹੁੰਦੀ ਰਹਿ ਗਈ।
ਮੀਰਾ ਨੇ ਛੇਤੀ ਖਿਸਕਣ ਵਿੱਚ ਹੀ ਬਿਹਤਰੀ ਸਮਝੀ। ਉਹ ਦਰ ਘਰ ਜਿੱਥੇ ਕਦੇ ਬਾਬਲ ਦਾ ਰਾਜ ਸੀ, ਅੱਜ ਸਭ ਨੇ ਮਨਾਂ ਦੇ ਬੂਹੇ ਭੇੜ ਰੱਖੇ ਸਨ। ਉਪਰੇਪਣ ਦੀ ਪੌਣ ਵਗ ਰਹੀ ਸੀ। ਚੱਲ ਮਨਾ, ਕਿਸੇ ਨੇ ਨਹੀਂ ਅਪਣਾਉਣਾ, ਬਲਕਿ ਤੇਰੇ ਕਾਰਨ ਨਮੋਸ਼ੀ ਹੀ ਮੰਨਣਗੇ, ਮਨੋ ਮਨ ਕਹਿੰਦੀ ਮੀਰਾ ਜੁਗਨੂ ਨੂੰ ਲੈ ਕੇ ਉੱਠ ਖੜੀ। ਭਾਵੁਕਤਾ ਦੇ ਵਹਿਣ ਵਿੱਚ ਲਿਆ ਪਿੰਡ ਆਉਣ ਦਾ ਆਪਣਾ ਫੈਸਲਾ ਉਸਨੂੰ ਗਲਤ ਲੱਗਿਆ। ਸੰਦੂਕ ਵਿੱਚੋਂ 50 ਦਾ ਨੋਟ ਮੀਰਾ ਦੇ ਹੱਥ ਦਿੰਦੀ ਸਲਮਾ ਹੌਲੀ ਕੁ ਦੇਣੇ ਬੋਲੀ, ਸਭ ਸਮਝਦੀ ਆਂ, ਮੈਂ ਕਿਹੜਾ ਨਿਆਣੀ ਆਂ ਪੁੱਤ, ਆਪਦੀ ਅੰਮੀ ਕਰਕੇ ਆਉਂਦੀ ਜਾਂਦੀ ਰਹੀ, ਮੇਰੇ ਸਾਹਾਂ ਦਾ ਕੀ ਭਰੋਸਾ ਹੈ। ਮੇਰੇ ਮਰੇ ਮਗਰੋਂ ਭਾਵੇਂ ਪਿੰਡ ਦਾ ਮੂੰਹ ਨਾ ਵੇਖੀ, ਇਹਨਾਂ ਦੇ ਕਿਸੇ ਦੇ ਪੈਰ ਨਾ ਪਾਵੀਂ ਮੇਰੀ ਬੱਚੀ। ਸਲਮਾ ਭਰੀਆਂ ਅੱਖਾਂ ਪੂੰਝਦੀ ਬੋਲੀ। ਅੰਮੀ ਦਾ ਦਿਲ ਰੱਖਣ ਲਈ ਮੀਰਾ ਨੇ 50 ਦਾ ਨੋਟ ਫੜ ਕੇ ਮੱਥੇ ਨਾਲ ਲਾਉਂਦੀ ਨੇ ਅੰਮੀ ਦੀ ਫੁਲਵਾੜੀ ਨੂੰ ਫਿਰ ਅਸੀਸਾਂ ਦਿੱਤੀਆਂ ਅਤੇ ਹਵਾ ਦੇ ਬੁੱਲੇ ਵਾਂਗ ਕਾਲੇ ਕਦਮੀ ਕਾਰ ਵਿੱਚ ਜਾ ਸਵਾਰ ਹੋ ਗਈ। ਸਲਮਾ ਬੁੱਕ ਬੁੱਕ ਰੋ ਰਹੀ ਸੀ, ਪਰ ਮੀਰਾ ਪਿੱਛੇ ਮੁੜ ਕੇ ਵੇਖਣ ਦੀ ਜੁਰਤ ਨਾ ਕਰ ਸਕੀ। ਕਾਰ ਪਿੰਡ ਦੀ ਜੂਹ ਟੱਪ ਕੇ ਜੀਟੀ ਰੋਡ ਤੇ ਪੈ ਗਈ। ਸਾਰੇ ਰਾਹ ਜੁਗਨੂ, ਮੀਰਾ ਤੇ ਡਰਾਈਵਰ ਨੇ ਕੋਈ ਗੱਲਬਾਤ ਨਾ ਕੀਤੀ। ਨਬੀਪੁਰ ਪਹੁੰਚਦਿਆਂ ਦਿਨ ਢਲ ਚੁੱਕਿਆ ਸੀ। ਪੰਛੀ ਪਖੇਰੂ ਆਲਣਿਆਂ ਨੂੰ ਪਰਤ ਰਹੇ ਸਨ। ਮੀਰਾ ਵੀ ਗੋਰੀ ਕੋਠੀ ਦੇ ਨਿੱਘ ਲਈ ਬੇਤਾਬ ਹੋਈ ਪਈ ਸੀ। ਢਲਦੇ ਸੂਰਜ ਦੀ ਲਾਲੀ ਵੀ ਮੀਰਾ ਦੀਆਂ ਅੱਖਾਂ ਨਾਲ ਮੇਲ ਖਾ ਰਹੀ ਸਨ। ਗੱਡੀ ਦਾ ਹਾਰਨ ਕੋਠੀ ਮੂਹਰੇ ਜਾ ਕੇ ਵੱਜਿਆ ਤਾਂ ਲਾਲੀ ਨੇ ਲੰਗੜਾਉਂਦੀ ਨੇ ਆ ਕੇ ਗੇਟ ਖੋਲ੍ਹਿਆ। ਉਹਦੇ ਚਿਹਰੇ ਤੇ ਰੌਣਕ ਸੀ, ਭਾਵੇਂ ਪੀੜ ਮਾਰੀ ਉਹ ਮਸਾਂ ਤੁਰ ਰਹੀ ਸੀ। ਗੱਡੀ 'ਚੋਂ ਉਤਰਦਿਆਂ ਹੀ ਮੀਰਾ ਘਬਰਾ ਕੇ ਬੋਲੀ, ਤੂੰ ਠੀਕ ਤਾਂ ਹੈ ਲਾਲੀ? ਆ ਕੀ ਪੱਟੀ ਬੰਨੀ ਹੈ? ਕੁਝ ਨਹੀਂ, ਪੈਰ ਨੂੰ ਮੋਚ ਆ ਗਈ ਸੀ ਬਸ, ਪੌੜੀਆਂ ਤੋਂ ਤਿਲਕ ਕੇ, ਪਰ ਮੈਂ ਠੀਕ ਹਾਂ, ਲਾਲੀ ਨੇ ਜਵਾਬ ਦਿੱਤਾ। ਮੀਰਾ ਦੇ ਚਿਹਰੇ ਦੀ ਉਦਾਸੀ ਲਾਲੀ ਵੀ ਭਾਂਪ ਗਈ ਸੀ, ਸੋ ਚੁੱਪਚਾਪ ਜਾ ਕੇ ਰਸੋਈ ਵਿੱਚ ਰੋਟੀ ਪਾਉਣ ਲੱਗ ਗਈ। ਲੰਗਰ ਵਿੱਚ ਖਾਣੇ ਲਈ ਬੈਠੇ ਸਭ ਅੱਜ ਚੁੱਪਚਾਪ ਸਨ। ਲਾਲੀ ਆਪਦੇ ਬੀਤੇ ਹਸੀਨ ਪਲਾਂ ਨੂੰ ਮੁੜ ਮੁੜ ਜਿਉਂ ਰਹੀ ਸੀ। ਚੰਦਰੀ, ਢਿੱਡ ਦੀ ਅੱਗ ਤਾਂ ਬੁਝਾਉਣੀ ਪੈਣੀ ਹੈ, ਅੰਨ ਨਾਲ ਭਲਾ ਮਹੰਤ ਮੀਰਾ ਕਾਹਦਾ ਰੋਸਾ। ਔਖੀ ਸੌਖੀ ਹੋ ਕੇ 2 ਬੁਰਕੀਆਂ ਅੰਦਰ ਸਿੱਟ ਲੈ, ਆਪਾਂ ਤਾਂ ਆਪਦਾ ਖਿਆਲ ਆਪ ਹੀ ਰੱਖਣਾ। ਮੀਰਾ ਦੇ ਰੋਟੀ ਵਾਲਾ ਥਾਲ ਅਣਛੋਇਆ ਦੇਖ ਕੇ ਜੁਗਨੂ ਬੋਲਿਆ। ਉਸਨੂੰ ਮੀਰਾ ਦੇ ਮਨ ਦੀ ਹਾਲਤ ਦਾ ਭਲੀ ਭਾਂਤ ਪਤਾ ਸੀ। ਅੱਜ ਚਿਰਾਗ ਨੂੰ ਵੀ ਲਾਲੀ ਕੋਲ ਸੌਣ ਲਈ ਕਹਿ ਕੇ ਮੀਰਾ ਕਮਰੇ ਵਿੱਚ ਗਈ ਤੇ ਰੱਜ ਕੇ ਰੋਂਦੀ ਨੇ ਪੜਾਸ ਕੱਢੀ। ਸਾਰੀ ਰਾਤ ਪਾਸੇ ਮਾਰਦੀ ਰਹੀ। ਨਕਾਰੇ ਜਾਣ ਦੀ ਪੀੜ, ਉਹ ਵੀ ਆਪਣਿਆਂ ਤੋਂ। ਬੜੀ ਅਸਹਿ ਹੈ ਅੱਲਾ ਜੀ। ਉਹ ਕੱਲੀ ਪਈ ਰੱਬ ਨਾਲ ਗਿਲੇ ਸ਼ਿਕਵੇ ਕਰਦੀ ਰਹੀ। ਹੱਫ ਟੁੱਟ ਕੇ ਅਨਿੰਦਰੇ ਨੇ ਘੇਰ ਲਈ ਤੇ ਪੈਰ ਦੇ ਤੜਕੇ ਜਾ ਕੇ ਉਸਦੀ ਅੱਖ ਲੱਗ ਗਈ।